ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਕਹਿਲੂਰੀ ਰਾਜਾ ਭੀਮ ਚੰਦ ਜਦੋਂ ਦਾ ਸਤਿਗੁਰਾਂ ਨਾਲ ਮਿਲ ਕੇ ਗਿਆ ਹੈ, ਉਦੋਂ ਤੋਂ ਹੀ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਛੜਯੰਤਰ ਰਚ ਰਿਹਾ ਹੈ। ਅਨੇਕ ਤਰ੍ਹਾਂ ਦੀਆਂ ਚਿਤਵਨੀਆਂ ਚਿਤਵਦਾ ਹੈ ਕਿ ਸਤਿਗੁਰਾਂ ਦੇ ਕੋਲੋਂ ਜੋ ਗੁਰਾਂ ਦਾ ਪ੍ਰਸ਼ਾਦੀ ਹਾਥੀ ਹੈ ਉਹ ਮੈਂ ਪ੍ਰਾਪਤ ਕਰ ਲਵਾਂ। ਪਰ ਕੋਈ ਸਟੀਕ ਛੜਯੰਤਰ ਸੁੱਝ ਨਹੀਂ ਰਿਹਾ। ਇੱਕ ਦਿਨ ਆਪਣੇ ਸਮਸਤ ਮੰਤਰੀਗਣ, ਸਭਾਸਦ, ਉਮਰਾਵ ਇਹਨਾਂ ਸਾਰਿਆਂ ਨੂੰ ਆਮੰਤਰਿਤ ਕਰਕੇ ਤੇ ਸਾਰਿਆਂ ਕੋਲੋਂ ਪੁੱਛਦਾ ਹੈ ਕਿ ਗੁਰਾਂ ਕੋਲੋਂ ਹਾਥੀ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਕੂਟਨੀਤੀ ਨਿਪੁੰਨ ਇਸ ਦੇ ਮੰਤਰੀ ਇਸ ਨੂੰ ਕਹਿਣ ਲੱਗੇ, ਰਾਜਨ ਇਹ ਤੇ ਕੋਈ ਕਠਿਨ ਗੱਲ ਨਹੀਂ ਹੈ। ਤੁਹਾਡੇ ਪੁੱਤਰ ਦਾ ਵਿਵਾਹ ਹੋਣ ਵਾਲਾ ਹੈ ਫਤਿਹ ਸ਼ਾਹ ਰਾਜੇ ਦੀ ਪੁੱਤਰੀ ਦੇ ਨਾਲ, ਤੇ ਸ਼ਗਨ ਲੈ ਕੇ ਫਤਿਹ ਸ਼ਾਹ ਦੇ ਘਰ ਤਥਾ ਪਰਿਵਾਰ ਵੱਲੋਂ ਉਸ ਦੇ ਕੁਝ ਕਰਿੰਦੇ, ਕੁਝ ਸੇਵਕ, ਕੁਝ ਮੰਤਰੀਗਣ ਆਪ ਜੀ ਦੇ ਕੋਲ ਇੱਥੇ ਆਉਣ ਵਾਲੇ ਹਨ ਬਿਲਾਸਪੁਰ। ਤੁਸੀਂ ਸਤਿਗੁਰਾਂ ਨੂੰ ਕਹੋ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਕੁੜਮਾਂ ਨੂੰ ਉਹ ਹਾਥੀ ਵਿਖਾਉਣਾ ਹੈ ਤਾਂ ਕਿ ਉਹਨਾਂ ਦੇ ਵਿੱਚ ਆਪਣਾ ਪ੍ਰਭਾਵ ਪੈ ਸਕੇ। ਤੇ ਕੁਝ ਦਿਨ ਲਈ ਹਾਥੀ ਚਾਹੀਦਾ ਹੈ, ਕਿਰਪਾ ਕਰਕੇ ਦੇ ਦਿਓ, ਫਿਰ ਵਾਪਸ ਮੋੜ ਦਿਆਂਗੇ। ਇਹ ਸਲਾਹਕਾਰਾਂ ਦੀ ਸਲਾਹ ਭੀਮ ਚੰਦ ਨੂੰ ਪਾਈ ਤੇ ਆਪਣੇ ਵਕੀਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦਿਆਂ ਕਿ ਜਿਵੇਂ ਕਿਵੇਂ ਕਰਕੇ ਛੜਯੰਤਰ ਰਚ ਕੇ ਗੁਰਾਂ ਕੋਲੋਂ ਹਾਥੀ ਤੂੰ ਲੈ ਕੇ ਆਉਣਾ ਤੇ ਬਿਲਾਸਪੁਰੋਂ ਭੇਜਿਆ ਹੈ। ਇਹ ਵਕੀਲ ਅਨੰਦਪੁਰ ਸਾਹਿਬ ਨਗਰੀ ਵੱਲ ਆਇਆ ਹੈ। ਇੱਧਰ ਕਲਗੀਆਂ ਵਾਲੇ ਪਾਤਸ਼ਾਹ ਜੋ ਸਰਬ ਕਲਾ ਸਮਰੱਥ ਤੇ ਅੰਤਰਜਾਮੀ ਹਨ, ਜਿਨ੍ਹਾਂ ਨੇ ਰਚੀ ਹੋਈ ਮਾਇਆ ਦੇ ਨਾਲ ਸਾਰੇ ਜਗਤ ਨੂੰ ਹੀ ਛਲਿਆ ਹੈ। ਕੌਣ ਹੈ ਉਹਨਾਂ ਨੂੰ ਛਲਣ ਵਾਲਾ? ਸਤਿਗੁਰੂ ਪਾਤਸ਼ਾਹ ਜੋ ਮਾਇਆਪਤੀ ਪਰਮੇਸ਼ਰ ਦੇ ਸਰੂਪ ਹਨ, ਜਿਨ੍ਹਾਂ ਨੇ ਮਾਇਆ ਰੂਪੀ ਠੱਗ ਬੂਟੀ ਲਾ ਕੇ ਸਾਰਿਆਂ ਨੂੰ ਠੱਗਿਆ ਹੋਇਆ। ਕੌਣ ਹੈ ਉਹਨਾਂ ਨੂੰ ਠੱਗਣ ਵਾਲਾ? ਨਹੀਂ ਗੁਰੂ ਉਪਮਾ ਮਹਿਮਾ ਜਾਣਦੇ ਤੇ ਯਤਨ ਕਰ ਰਹੇ ਭੀਮ ਚੰਦ ਵਰਗੇ ਹੋਛੇ ਅਤੇ ਤੁੱਛ ਜੀਵ। ਇਹ ਪ੍ਰਸੰਗ ਆਪਾਂ ਸੁਣ ਚੁੱਕੇ ਹਾਂ। ਅੱਗੋਂ ਕਥਾ ਆਰੰਭ ਹੋ ਰਹੀ ਹੈ। ਪਾਵਨ ਕਥਾ ਵਿਚਾਰ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹਿਮਾ ਲਖੈ ਨਾ ਇਹ ਜਗ ਸੁਆਮੀ। ਭੀਮ ਚੰਦ ਰਾਜਾ ਉਸ ਦੇ ਮੰਤਰੀ ਮੰਡਲ ਨਹੀਂ ਜਾਣਦੇ ਕਿ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਤੇ ਜਗਤ ਦੇ ਸੁਆਮੀ ਹਨ, ਮਾਲਕ ਹਨ।
ਸਕਲ ਘਟਨ ਕੋ ਅੰਤਰ ਜਾਮੀ। ਸਾਰਿਆਂ ਦੇ ਘਟ ਹਿਰਦਿਆਂ ਦੇ ਅੰਦਰ ਦੀ ਗੱਲ ਜਾਣਨ ਵਾਲੇ ਅੰਤਰਜਾਮੀ ਐ। ਆਤ ਮਾਤ ਕੇ ਰਤਨਾਕਰ ਪੂਰੇ। ਅਤਿਸ਼ੇ ਕਰਕੇ ਮਤ ਕਹੀਏ ਬੁੱਧੀ ਦੇ ਰਤਨਾਕਰ ਸਮੁੰਦਰ ਹਨ ਪੂਰਨ ਸਰੂਪ। ਬਾਡ ਗੰਭੀਰ ਚਰਤ ਜਿਨ ਰੂਰੇ। ਬੜੇ ਵੱਡੇ ਗੰਭੀਰ ਡੂੰਘੇ ਤੇ ਨਿਰਹਲ ਹਿਰਦੇ ਵਾਲੇ ਤੇ ਜਿਨ੍ਹਾਂ ਦੇ ਚਰਤ ਕੌਤਕ ਬੜੇ ਹੀ ਰੂਰੇ ਹੈ, ਬੜੇ ਸੁੰਦਰ ਹੈ। ਰੰਚਕ ਭਾਰ ਚਾਤੁਰਤਾ ਪਾਏ। ਤੇ ਥੋੜੀ ਜੀ ਚਤੁਰਾਈ ਪਾ ਕੇ, ਥੋੜੀ ਜੀ ਸਿਆਣਪ ਪਾ ਕੇ, ਛਲਿਓ ਚਾਹੈ 3 ਲੱਖ ਅਲ ਪਾਏ। ਤੇ ਸਤਿਗੁਰਾਂ ਨੂੰ ਅਲ ਪਾਏ ਛੋਟਾ ਜਾਣ ਕੇ ਤੇ ਛਲਣਾ ਚਾਹੁੰਦਾ ਹੈ। ਭੀਮ ਚੰਦ ਗੁਰਾਂ ਨਾਲ ਛਲ ਕਰਨਾ ਚਾਹੁੰਦਾ ਹੈ। ਮਾਰਤੰਡ ਮੰਡਲ ਬਡ ਚੰਡੰ। ਇਹ ਮਾਰਤੰਡ ਜਿਹੜਾ ਸੂਰਜ ਮੰਡਲ ਹੈ, ਸੂਰਯ ਮੰਡਲ ਦਾ ਜਿਹੜਾ ਚੰਡ ਹੈ, ਤਿੱਖਾ ਤੇਜ ਹੈ। ਜੋ ਦੀਪਤ ਬ੍ਰਹਮੰਡ ਅਖੰਡੰ। ਜੋ ਇੱਕ ਰਸ ਬ੍ਰਹਮੰਡ ਦੇ ਵਿੱਚ ਦੀਪਤ ਕਹੀਏ ਪ੍ਰਕਾਸ਼ਿਤ ਹੋ ਰਿਹਾ ਹੈ। ਸੂਰਯ ਮੰਡਲ ਦਾ ਪ੍ਰਕਾਸ਼ ਬ੍ਰਹਮੰਡ ਵਿੱਚ ਪ੍ਰਕਾਸ਼ਿਤ ਹੋ ਰਿਹਾ ਹੈ। ਲਖ ਹੈ ਸੁਰਾਸੁਰ ਸਤਿਗੁਰ ਸਾਚਾ। ਤੇ ਇਸੇ ਤਰ੍ਹਾਂ ਸੂਰਯ ਮੰਡਲ ਦੀ ਨਿਆਈ ਸਤਿਗੁਰਾਂ ਦਾ ਤੇਜ ਪ੍ਰਤਾਪ ਜਿਹੜਾ ਹੈ ਉਹ ਖੰਡਾਂ ਬ੍ਰਹਮੰਡਾਂ ਦੇ ਵਿੱਚ ਇੱਕ ਰਸ ਪ੍ਰਕਾਸ਼ਿਤ ਹੋ ਰਿਹਾ ਹੈ। ਤੇ ਲਖ ਹੈ ਸੁਰਾਸੁਰ, ਸੁਰ ਦੇਵਤੇ ਵੀ ਤੇ ਅਸੁਰ ਦੈਤਯ ਵੀ ਇਹ ਲਖਾਂ ਜਾਣਦੇ ਹਨ ਕਿ ਸਤਿਗੁਰੂ ਜੀ ਸੱਚੇ ਹੈ ਤੇ ਗੁਰਾਂ ਦਾ ਤੇਜ ਪ੍ਰਤਾਪ ਸੱਚਾ ਹੈ। ਛਲਿਓ ਚਾਹਤ 3 ਕੋ ਮਤ ਕਾਚਾ। ਤੇ ਤਿਨਾਂ ਨੂੰ ਕੱਚੀ ਮਤ ਵਾਲਾ ਭੀਮ ਚੰਦ ਹੋਛੀ ਮਤ ਵਾਲਾ ਛਲਣਾ ਚਾਹੁੰਦਾ ਹੈ। ਗਰਭ ਕਰ ਹੈ ਉਰ ਜਿਉ ਖਦਿਓਤ। ਜਿਵੇਂ ਖਦਿਓਤਾ ਹੁੰਦਾ ਹੈ ਨਾ ਟਟਹਿਣਾ, ਤੇ ਉਹ ਮਨ ਵਿੱਚ ਗਰਭ ਕਰਦਾ, ਹੰਕਾਰ ਕਰਦਾ, ਜੁਗਣੂ ਜਗਣ ਮੁਜਣ ਵਾਲਾ ਹੁੰਦਾ ਟਟਹਿਣਾ, ਉਸ ਨੂੰ ਖਦਿਓਤ ਕਹੀਦਾ। ਤੇ ਜਿਵੇਂ ਉਹ ਹੰਕਾਰ ਕਰੇ ਮਨ ਦੇ ਵਿੱਚ ਖਦਿਓਤ ਟਟਹਿਣਾ। ਉੱਡ ਉੱਡ ਨਿਜ ਦਿਖ ਰਾਏ ਉਦੋਤ। ਤੇ ਉੱਡ ਉੱਡ ਕੇ ਆਪਣਾ ਜਿਹੜਾ ਅਦੂਤ ਹੈ, ਪ੍ਰਕਾਸ਼ ਹੈ, ਉਹ ਸੂਰਯ ਨੂੰ ਵਿਖਾਵੇ। ਤੇ ਸੂਰਯ ਦੇ ਸਾਹਮਣੇ ਉਹਦੀ ਔਕਾਤ ਹੀ ਕੀ ਹੈ। ਲੈ ਸਿੱਖਿਆ ਕੋ ਸਕਲ ਪ੍ਰਕਾਰੀ। ਇਸੇ ਤਰ੍ਹਾਂ ਗੁਰੂ ਰੂਪੀ ਸੂਰਜ ਦੇ ਸਾਹਮਣੇ ਇਹ ਭੀਮ ਚੰਦ ਜਿਹੜਾ ਇਹ ਖਦਿਓਤ ਟਟਹਿਣੇ ਦੀ ਨਿਆਈ ਆਪਣਾ ਤੇਜ ਵਿਖਾ ਕੇ ਪ੍ਰਭਾਵਿਤ ਕਰਨਾ ਚਾਹੁੰਦਾ। ਪਰ ਗੁਰਾਂ ਅੱਗੋਂ ਤ੍ਰਿਲੋਕੀ ਨਾਥ ਸਤਿਗੁਰਾਂ ਦੇ ਅੱਗੋਂ ਇੱਕ ਨਿੱਕੀ ਜੀ ਇਹ ਕਹਿਲੂਰ ਦੀ ਰਿਆਸਤ ਦਾ ਰਾਜ ਹਾਸਲ ਕਰਨ ਵਾਲਾ ਟਟਹਿਣਾ ਤ੍ਰਿਲੋਕੀ ਨਾਥ ਸੂਰਯ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਵੇਂ ਤੁਲਨਾ ਕਰ ਸਕਦਾ? ਕੀ ਔਕਾਤ ਹੈ ਇਸ ਦੀ? ਸੋ ਆਪਣੇ ਵਕੀਲ ਨੂੰ ਅਨੇਕ ਤਰ੍ਹਾਂ ਦੇ ਛੜਯੰਤਰ ਸਮਝਾ ਕੇ ਅਨੇਕ ਤਰ੍ਹਾਂ ਦੀਆਂ ਛਲ ਵਾਲੀਆਂ ਸਿੱਖਿਆਵਾਂ ਦੇ ਕੇ ਇਹਨੇ ਤੋਰਿਆ। ਚਲ ਬੇਹਿਤ ਵਕੀਲ ਭਾ ਤਿਆਰੀ। ਤੇ ਵਕੀਲ ਚੱਲਣ ਵਾਸਤੇ ਤਿਆਰ ਹੋਇਆ। ਨਿਜ ਰਾਜੇ ਕੋ ਧੀਰਜ ਦੀਨ। ਆਪਣੇ ਰਾਜੇ ਭੀਮ ਚੰਦ ਨੂੰ ਧੀਰਜ ਦਿੱਤੀ ਵਕੀਲ ਨੇ। ਕਰਹੁ ਫਰੇਬ ਅਨੇਕ ਪ੍ਰਬੀਨ। ਰਾਜਨ ਅਨੇਕ ਪ੍ਰਬੀਨ ਚਤੁਰਾਈ ਦੇ ਨਾਲ ਮੈਂ ਫਰੇਬ ਕਰਾਂਗਾ, ਹਰ ਤਰ੍ਹਾਂ ਦਾ ਛੜਯੰਤਰ ਰਚਾਂਗਾ। ਆਨਿਓ ਹੀ ਜਾਨਹੁ ਮਨ ਮਾਹੀ। ਇਹ ਮਨ ਚ ਜਾਣੋ ਕਿ ਮੈਂ ਆਇਆ ਹੀ ਲਓ, ਪ੍ਰਸ਼ਾਦੀ ਹਾਥੀ ਲੈ ਕੇ ਮੈਂ ਪਹੁੰਚਿਆ ਹੀ ਲਓ ਜਾਣੋ ਤੁਹਾਡੇ ਕੋਲ। ਤੁਮ ਇਕਬਾਲ ਬਿਦਤ ਜਹ ਕਾਹੀ। ਤੁਹਾਡਾ ਜਿਹੜਾ ਇਕਬਾਲ ਕਹੀਏ ਪ੍ਰਤਾਪ ਹੈ ਉਹ ਸਭ ਥਾਂ ਤੇ ਅੱਗੇ ਹੀ ਵਿਦਤ ਪ੍ਰਗਟ ਹੈ।
ਸੈਲੇਂਦਰਨ ਬ੍ਰਿੰਦਨ ਕੋਟਿਕਾ। ਇਹ ਜਿਤਨੇ ਵੀ ਸੈਲੇਂਦਰਨ ਇਹ ਪਹਾੜੀ ਰਾਜੇ ਹਨ, ਸਮੂਹ ਪਹਾੜੀ ਰਾਜਿਆਂ ਦੇ ਤੁਸੀਂ ਟਿੱਕਾ ਸਰੂਪ ਹੋ, ਸ਼੍ਰੋਮਣੀ ਹੋ। ਯਥਾ ਗਜਿੰਦਰ ਮ੍ਰਿਗਨ ਮੋਹਨਿਕਾ। ਤੇ ਜਿਸ ਤਰ੍ਹਾਂ ਹਾਥੀਆਂ ਵਿੱਚੋਂ ਐਰਾਵਤ ਹਾਥੀ ਸ਼੍ਰੋਮਣੀ ਹੈ, ਤਥਾ ਸਮਸਤ ਰਾਜਿਆਂ ਵਿੱਚੋਂ ਤੁਸੀਂ ਸ਼੍ਰੋਮਣੀ ਹੋ। ਅਥਵਾ ਜਿਸ ਤਰ੍ਹਾਂ ਮ੍ਰਿਗਨ ਹਿਰਨਾਂ ਦੇ ਵਿੱਚੋਂ ਗਜਿੰਦਰ ਜਿਹੜਾ ਸ਼ੇਰ ਸ਼੍ਰੋਮਣੀ ਹੁੰਦਾ ਹੈ, ਇਉਂ ਤੁਸੀਂ ਸਮਸਤ ਪਹਾੜੀ ਰਾਜਿਆਂ ਵਿੱਚੋਂ ਸ਼੍ਰੋਮਣੀ ਹੋ। ਸਫਲ ਹੈ ਤੋਹੇ ਮਨੋਰਥ ਸਾਰੇ। ਤੇ ਤੁਹਾਡਾ ਮਨੋਰਥ ਜੋ ਵੀ ਹੈ ਉਹ ਸਫਲਾ ਹੋ ਜਾਵੇਗਾ, ਅਥਵਾ ਸਾਰੇ ਜਿੰਨੇ ਵੀ ਮਨੋਰਥ ਤੁਹਾਡੇ ਪੂਰੇ ਹੋਣਗੇ। ਏਮ ਤਾਰੀਫ ਕਰ ਚਹਿਤ ਪਧਾਰੇ। ਇਸ ਤਰ੍ਹਾਂ ਤਾਰੀਫ ਕਰਕੇ, ਉਪਮਾ ਕਰਕੇ ਸਤਿਗੁਰਾਂ ਦੀ, ਤੇ ਫਿਰ ਉਪਮਾ ਕਰਕੇ ਭੀਮ ਚੰਦ ਦੀ। ਇਹ ਜਿਹੜਾ ਵਕੀਲ ਹੈ ਇਹ ਭੀਮ ਚੰਦ ਨੂੰ ਵਡਿਆ ਕੇ ਸਲਾਹ ਕੇ ਤੇ ਫਿਰ ਉੱਥੋਂ ਤੁਰਨਾ ਚਾਹੁੰਦਾ ਹੈ। ਨਮੋ ਕਰਤ ਹੈ ਤਬ ਹੈ ਅਰੂਡਾ। ਭੀਮ ਚੰਦ ਨੂੰ ਨਮਸਕਾਰ ਕਰਕੇ ਵਕੀਲ ਘੋੜੇ ਤੇ ਅਸਵਾਰ ਹੋਇਆ। ਗਮਨਿਓ ਪੰਥ ਚਿਤ ਹੈ ਸ਼ਾਲ ਗੂੜਾ। ਤੇ ਪੰਥ ਰਸਤੇ ਤੇ ਆ ਰਿਹਾ ਹੈ, ਚਿੱਤ ਵਿੱਚ ਅਨੇਕ ਤਰ੍ਹਾਂ ਦੇ ਛਲ ਚਿਤਵ ਰਿਹਾ ਹੈ ਕਿ ਕੀ ਛਲ ਮੈਂ ਰਚਾਂਗਾ, ਕਿਸ ਤਰ੍ਹਾਂ ਮੈਂ ਇਹ ਛੜਯੰਤਰ ਬਣਾਵਾਂਗਾ, ਉਹ ਸੋਚਾਂ ਸੋਚਦਾ ਆ ਰਿਹਾ ਹੈ। ਪਹੁੰਚਿਓ ਆਨ ਆਨੰਦਪੁਰ ਥਾਨਾ। ਇਹ ਵਕੀਲ ਸ੍ਰੀ ਆਨੰਦਪੁਰ ਸਾਹਿਬ ਨਗਰੀ ਆ ਪਹੁੰਚਿਆ। ਭੀਮ ਚੰਦ ਦਾ ਵਕੀਲ। ਕੀਨ ਸਡੇਰਾ ਹੇਰ ਮਕਾਨਾ। ਤੇ ਸੋਹਣਾ ਸਥਾਨ ਵੇਖ ਕੇ ਤੇ ਇਸ ਨੇ ਡੇਰਾ ਕਰ ਲਿਆ ਹੈ, ਪੜਾ ਲਾ ਲਿਆ ਹੈ। ਧਾਰ ਕਰ ਚੀਰ ਸਰੀਰ ਅਸ਼ੇਰੇ। ਸੋਹਣੇ ਚੀਰ ਬਸਤਰ ਆਪਣੇ ਤਨ ਦੇ ਉੱਪਰ ਧਾਰਨ ਕੀਤੇ ਹੈ ਵਕੀਲ ਨੇ। ਸਤਿਗੁਰ ਪੌਰ ਪਹੁੰਚ ਤਿਸ ਬੇਰੇ। ਤੇ ਸਤਿਗੁਰਾਂ ਦੇ ਦਰਬਾਰ ਦੇ ਪੌਰ ਦਰਵਾਜ਼ੇ ਮੂਹਰੇ ਪਹੁੰਚ ਗਿਆ। ਦੁਆਰਪਾਲ ਕੋ ਭਨਤ ਜਨਾਈ। ਜੋ ਦੁਆਰਪਾਲ ਹੈ ਸਤਿਗੁਰਾਂ ਦਾ, ਉਸ ਨੂੰ ਜਣਾ ਕੇ ਦੱਸ ਕੇ ਕਹਿਣ ਲੱਗਾ, ਪਠਿਓ ਮੋਹੇ ਗੁਰ ਢਿਗ ਗਿਰ ਰਾਈ। ਕਿ ਹੇ ਦੁਆਰਪਾਲ, ਮੈਨੂੰ ਪਹਾੜੀ ਰਾਜੇ ਭੀਮ ਚੰਦ ਨੇ ਸਤਿਗੁਰੂ ਕਲਗੀਆਂ ਵਾਲੇ ਦੇ ਕੋਲ ਭੇਜਿਆ ਹੈ। ਅੰਤਰ ਜਾਏ ਕਰਹੁ ਸੁਧ ਮੋਰੀ। ਤੇ ਅੰਦਰ ਜਾ ਕੇ ਮੇਰੀ ਜਿਹੜੀ ਸੁਧ ਹੈ, ਖਬਰ ਹੈ, ਸੂਚਨਾ ਉਹ ਦੇਣਾ ਕਰੋ। ਕਰਹੁ ਬੰਦਨਾ ਜੋਗ ਕਰ ਜੋਰੀ। ਦੋਨੋਂ ਹੱਥ ਜੋੜ ਕੇ ਮੇਰੇ ਵੱਲੋਂ ਅਥਵਾ ਭੀਮ ਚੰਦ ਵੱਲੋਂ ਸਤਿਗੁਰਾਂ ਨੂੰ ਨਮਸਕਾਰ ਕਰਿਓ ਤੇ ਮੇਰੇ ਆਗਮਨ ਦੀ ਗੁਰਾਂ ਨੂੰ ਸੂਚਨਾ ਦਿਓ। ਸੁਨਤ ਪੌਰ ਪਾਤ ਤਿਸ ਠਹਿਰਾਇਓ। ਸੁਣ ਕੇ ਜਿਹੜਾ ਇਹ ਦਰਵਾਨਚੀ ਹੈ, ਦੁਆਰਪਾਲ ਹੈ, ਇਹ ਵਕੀਲ ਨੂੰ ਦਰਵਾਜ਼ੇ ਤੇ ਖਿਲਾਰ ਕੇ ਤੇ ਆਪ ਸਤਿਗੁਰਾਂ ਦੇ ਕੋਲ ਦੀਵਾਨ ਵਿੱਚ ਗਿਆ। ਆਪ ਗਇਓ ਜਹ ਪ੍ਰਭੂ ਸਹਾਇਓ। ਜਿੱਥੇ ਪ੍ਰਭੂ ਧੰਨ ਕਲਗੀਧਰ ਪਾਤਸ਼ਾਹ ਜੀ ਸ਼ੋਭਾ ਪਾ ਰਹੇ ਹਨ ਸਜੇ ਹੋਏ। ਰੁਖ ਕੋ ਦੇਖ ਜੋਰ ਕਰ ਬੋਲਾ। ਸਤਿਗੁਰਾਂ ਦਾ ਜਦੋਂ ਆਪਣੇ ਵੱਲ ਰੁਖ ਵੇਖਿਆ, ਪਹਿਲਾਂ ਜਾ ਕੇ ਹੱਥ ਜੋੜ ਖਲੋਤਾ ਰਿਹਾ। ਜਦੋਂ ਵੇਖਿਆ ਸਤਿਗੁਰਾਂ ਦਾ ਰੁਖ, ਸਤਿਗੁਰਾਂ ਦਾ ਧਿਆਨ ਮੇਰੇ ਵੱਲ ਹੋਇਆ ਤੇ ਹੱਥ ਜੋੜ ਕੇ ਕਹਿਣ ਲੱਗਾ, ਸ਼੍ਰੀ ਪ੍ਰਭ ਨਿਜ ਦਾਸਨ ਕੋ ਓਲਾ। ਹੇ ਸਤਿਗੁਰੂ ਜੀ, ਆਪ ਜੀ ਆਪਣੇ ਦਾਸਾਂ ਦੇ ਓਲਾ ਹੋ, ਆਸਰਾ ਸਰੂਪ ਹੋ। ਭੀਮ ਚੰਦ ਸੈਲਿੰਦਰ ਬਿਲੰਦੰ। ਜਿਹੜਾ ਭੀਮ ਚੰਦ ਰਾਜਾ ਹੈ, ਇਹ ਸੈਲਿੰਦਰ
ਪਹਾੜੀ ਰਾਜਿਆਂ ਦੇ ਵਿੱਚੋਂ ਬਿਲੰਦ ਵੱਡਾ ਰਾਜਾ ਹੈ ਭੀਮ ਚੰਦ। ਪਠਿਓ ਵਕੀਲ ਨਮਹਿ ਕਰ ਬੰਦੰ। ਉਹਨੇ ਵਕੀਲ ਭੇਜਿਆ ਹੈ ਤੇ ਵਕੀਲ ਦਰਵਾਜ਼ੇ ਤੇ ਆਇਆ ਹੋਇਆ ਤੇ ਆਪ ਜੀ ਨੂੰ ਬੰਦਨਾ ਕਰਦਾ ਹੈ, ਨਮਸਕਾਰ ਕਰਦਾ ਹੈ। ਕਦਮ ਪਦਮ ਕੋ ਦਰਸ਼ਨ ਚਾਹਤ। ਆਪ ਜੀ ਦੇ ਮੁਬਾਰਕ ਚਰਨਾਂ ਕਬਲਾਂ ਦੇ ਦਰਸ਼ਨਾਂ ਦਾ ਚਾਹਵਾਨ ਇੱਛੁਕ ਹੈ। ਕੁਸ਼ ਕਾਰਜ ਹਿਤ ਲਖੇ ਉਮਾਹਤ। ਤੇ ਗੁਰਦੇਵ ਲਖਿਆ ਜਾਣਿਆ ਪੈਂਦਾ ਹੈ ਕਿ ਕਿਸੇ ਜ਼ਰੂਰੀ ਆਵਸ਼ਕ ਕਾਰਜ ਹੇਤੂ ਆਇਆ ਹੋਇਆ ਹੈ। ਫਿਰਿਓ ਪੌਰ ਪਰ ਜਥਾ ਹੁਕਮ ਹੋਇ। ਦਰਵਾਜ਼ੇ ਤੇ ਖਲੋਤਾ ਹੈ, ਆਪ ਜੀ ਦਾ ਜਿਸ ਤਰ੍ਹਾਂ ਹੁਕਮ ਹੋਵੇ। ਕਰਹਿ ਸੁਨਾਵਨ ਕ੍ਰਿਤੀ ਤਥਾ ਹੋਇ। ਉਸੇ ਤਰ੍ਹਾਂ ਉਸ ਨੂੰ ਜਾ ਕੇ ਮੈਂ ਸੁਣਾਵਾਂਗਾ ਤੇ ਆਪ ਜੀ ਦੇ ਆਗਿਆ ਅਨੁਸਾਰ ਸਾਰੀ ਕ੍ਰਿਤ ਹੋਵੇਗੀ। ਜੋ ਆਪ ਜੀ ਦਾ ਆਦੇਸ਼ ਹੈ ਕਿਰਪਾ ਸੁਣਾਓ। ਸ਼੍ਰੀ ਕਲਗੀਧਰ ਸਤਿਗੁਰ ਸਾਚੇ। ਸੱਚੇ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ। ਸੁਨਤ ਉਚਾਰੀ ਆਇਸ ਤਾਚੇ। ਸੁਣ ਕੇ ਸਤਿਗੁਰਾਂ ਨੇ ਦੁਆਰਪਾਲ ਨੂੰ ਆਇਸ ਦਿੱਤੀ, ਆਗਿਆ ਦਿੱਤੀ। ਕਰਹਿ ਹਕਾਰਨ ਤਿਸ ਕੋ ਕਾਲੀ। ਕਿ ਭਾਈ ਆਏ ਹੋਏ ਭੀਮ ਚੰਦ ਦੇ ਵਕੀਲ ਨੂੰ ਕੱਲ ਨੂੰ ਅਸੀਂ ਸੱਦਾਂਗੇ ਦਰਬਾਰ ਵਿੱਚ। ਦੇਗ ਰਸਤ ਤੇ ਰਖਹੁ ਨਾ ਖਾਲੀ। ਤੇ ਉਹਦਾ ਉਚਿਤ ਸਥਾਨ ਤੇ ਪੜਾ ਲਗਵਾਓ। ਲੰਗਰ ਦੀ ਰਸਤ ਬਸਤ ਵੱਲੋਂ ਕਿਸੇ ਤਰ੍ਹਾਂ ਕੋਈ ਕਮੀ ਨਾ ਆਵੇ। ਉਹਨੂੰ ਖਾਲੀ ਨਹੀਂ ਰੱਖਣਾ, ਭਾਵ ਹਰ ਤਰ੍ਹਾਂ ਰਸਤਾਂ ਬਸਤਾਂ ਉਹਨੂੰ ਚਾਹੀਦੀਆਂ ਜਾਂ ਪੱਕਿਆ ਪਕਵਾਨ ਚਾਹੀਦਾ। ਜੋ ਉਹਨੂੰ ਲੋੜੀ ਦੀਆਂ ਵਸਤੂਆਂ ਵਕੀਲ ਨੂੰ ਜਾਂ ਉਹਦੇ ਨਾਲ ਆਏ ਜਿਹੜੇ ਹੋਰ ਸੇਵਕ ਹੈ, ਜੋ ਲੋੜੀ ਦਾ ਪਹੁੰਚਾਇਆ ਜਾਵੇ। ਦੁਆਰਪਾਲ ਤਬ ਆਨ ਸੁਨਾਈ। ਦੁਆਰਪਾਲ ਵਾਪਸ ਆਇਆ, ਭੀਮ ਚੰਦ ਦੇ ਵਕੀਲ ਨੂੰ ਸਤਿਗੁਰਾਂ ਦੀ ਆਗਿਆ ਸੁਣਾਈ। ਆਸ਼ੀ ਮਾਨ ਗਇਓ ਨਿਜ ਥਾਈ। ਇਹ ਗੁਰੂ ਜੀ ਦੀ ਆਗਿਆ ਨੂੰ ਆਸ਼ੀ ਮੰਨ ਕੇ, ਚੰਗੀ ਲੱਖ ਕੇ ਮੰਨ ਲਈ ਹੈ ਤੇ ਆਪਣਾ ਜਿੱਥੇ ਪੜਾ ਲਾਇਆ ਉੱਥੇ ਚਲਿਆ ਗਿਆ। ਕਹਿ ਪੁਨ ਰਸਤ ਪੁਚਾਵਨ ਕਰੀ। ਤੇ ਕਹਿ ਕੇ ਦੁਆਰਪਾਲ ਨੇ ਤੇ ਰਸਤ ਜਿੰਨੀ ਚਾਹੀਦੀ ਸੀ ਉਸ ਤੋਂ ਅਧਿਕ, ਲੋੜੀ ਤੋਂ ਅਧਿਕ ਜਿਹੜੀ ਰਸਤ ਬਸਤ ਕੇ ਕਮੀ ਨਾ ਆਵੇ, ਉਹ ਵਕੀਲ ਕੋਲ ਭੇਜੀ ਹੈ। ਖਾਨ ਪਾਨ ਕੀਨਸ ਬਿਦ ਖਰੀ। ਤੇ ਖਰੀ ਵਿਧੀ ਨਾਲ ਉਸਨੇ ਜਲ ਪਾਣੀ ਛਕਿਆ ਵਕੀਲ ਨੇ। ਹਿਤ ਡੇਰੇ ਹੋਏ ਨਿਸਾ ਬਿਤਾਈ। ਜਿੱਥੇ ਪੜਾ ਲੱਗਾ ਸੀ ਵਕੀਲ ਦਾ, ਉੱਥੇ ਹੀ ਥਿਤ ਹੋ ਕੇ ਟਿਕ ਕੇ ਵਿਸ਼ਰਾਮ ਕਰਕੇ ਤੇ ਰਾਤ ਗੁਜ਼ਾਰੀ ਹੈ, ਰਾਤ ਬਤੀਤ ਕੀਤੀ ਹੈ। ਜਾਗੇ ਪੁਨ ਪ੍ਰਭਾਤ ਹੋਇ ਆਈ। ਪ੍ਰਭਾਤ ਹੋਈ, ਸਵੇਰ ਹੋਈ ਤੇ ਉੱਠ ਖਲੋਤੇ ਹਨ ਸਾਰੇ ਹੀ। ਸਤਿਗੁਰ ਕਰ ਇਸ਼ਨਾਨ ਸ਼ੋਭ ਨੀਰੰ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਤੇ ਉਚਿਤ ਤਥਾ ਪਵਿੱਤਰ ਜਲ ਨਾਲ ਇਸ਼ਨਾਨ ਕੀਤਾ ਹੈ। ਬੈਠ ਸਮਾਦ ਲਗਾਏ ਗਹੀਰੰ। ਇਸ਼ਨਾਨ ਪਾਣ ਕਰਕੇ ਸਤਿਗੁਰੂ ਜੀ ਆਪਣੇ ਆਸਣ ਤੇ ਆ ਕੇ ਸਜ ਗਏ ਹੈ ਤੇ ਆਪਣੇ ਨਿੱਜੀ ਸਰੂਪ ਵਿੱਚ ਧਿਆਨ ਜੋੜ ਕੇ ਸਮਾਧੀ ਇਸ ਸਥਿਤ ਹੋ ਗਏ ਹੈ। ਚਾਰ ਸ਼ਰੀਰ ਚੀਰ ਬੇਦਨੀਕੰ। ਤੇ ਸਮਾਧੀ ਉਥਾਨ ਹੋਣ ਉਪਰੰਤ ਫਿਰ ਸੋਹਣੇ ਬਸਤਰ ਸਤਿਗੁਰਾਂ ਆਪਣੇ ਤਨ ਸਰੀਰ ਦੇ ਉੱਤੇ ਧਾਰਨ ਕੀਤੇ। ਬਾਂਦੀ ਜਿਗਾ ਰੁਚਰ ਉਸ਼ਨੀਕੰ। ਸੋਹਣੀ ਉਸ਼ਨੀਕ ਦਸਤਾਰ ਸਜਾਈ, ਦਸਤਾਰ ਦੇ ਉੱਪਰ ਜਿਗਾ ਬੰਨੀ ਹੈ ਤੇ ਜਿਗਾ ਦੇ ਉੱਪਰ ਕਲਗੀ ਲਾਈ ਹੈ। ਉਦਿਓ ਦਿਓ ਸਪਾਤ ਬਾਹਰ ਆਏ। ਇੰਨੇ ਨੂੰ
ਜਦੋਂ ਦਿਓਸਪਤ ਸੂਰਜ ਉਦੇ ਹੋਇਆ, ਸਤਿਗੁਰੂ ਜੀ ਬਾਹਰ ਆ ਗਏ। ਕਲਗੀ ਸੁੰਦਰ ਸ਼ੋਭ ਵਧਾਏ। ਤੇ ਜਿਹੜੀ ਕਲਗੀ ਸਤਿਗੁਰਾਂ ਦੇ ਦਸਤਾਰ ਤੇ ਸਜ ਰਹੀ ਹੈ, ਬੜੀ ਸ਼ੋਭਾ ਵਧਾ ਰਹੀ ਹੈ। ਨੰਦ ਚੰਦ ਜੋਤ ਬ੍ਰਿੰਦ ਮਸੰਦੰ। ਭਾਈ ਨੰਦ ਚੰਦ ਜੀ ਦੇ ਸੰਯੁਗਤ ਜਿੰਨੇ ਮਸੰਦ ਹਨ, ਪਦ ਅਰਬਿੰਦ ਬੰਦ ਕਰ ਬੰਦੰ। ਉਹ ਸਾਰੇ ਸਤਿਗੁਰਾਂ ਦੇ ਕੋਲ ਆਏ। ਸਾਰਿਆਂ ਨੇ ਗੁਰਾਂ ਦੇ ਮੁਬਾਰਕ ਚਰਨਾਂ ਕਮਲਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ। ਮਾਤੁਲ ਤਾਬ ਕਿਰਪਾਲ ਚਲ ਆਇਓ। ਮਾਮਾ ਕਿਰਪਾਲ ਚੰਦ ਜੀ ਵੀ ਚੱਲ ਕੇ ਆ ਗਏ। ਭਗਨੀ ਆਨੰਦ ਬੰਦ ਸੁਖ ਪਾਇਓ। ਤੇ ਭਗਨੀ ਨੰਦ, ਭਗਨੀ ਨਾਮ ਭੈਣ ਦੇ, ਨੰਦ ਕਹੀਏ ਪੁੱਤਰ, ਅਰਥਾਤ ਕਲਗੀਧਰ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਮਾਮਾ ਜੀ ਨੇ ਸੁਖ ਪਾਇਆ। ਪੰਜ ਵੀਰ ਭਾਣਜੇ ਆਏ। ਤੇ ਪੰਜੇ ਜਿਹੜੇ ਵੀਰ ਹਨ, ਬੜੇ ਬਹਾਦਰ ਹਨ, ਗੁਰੂ ਕੇ ਭਾਣਜੇ, ਸਤਿਗੁਰਾਂ ਦੀ ਭੂਆ ਦੇ ਪੁੱਤਰ ਭਾਈ ਸੰਗੋ ਸ਼ਾਹ ਜੀਤਮਲ ਆਦਿ ਕਰਕੇ ਉਹ ਵੀ ਸਾਰੇ ਆ ਗਏ। ਬਸਤਰ ਸ਼ਸਤਰ ਤੇ ਅਦਕ ਸੁਹਾਏ। ਸ਼ਸਤਰ ਤੇ ਬਸਤਰ ਧਾਰਨ ਕੀਤੇ ਹੋਏ ਐ ਤੇ ਬੜੇ ਸ਼ੋਭਾ ਪਾ ਰਹੇ ਐ, ਸੁਸੱਜਿਤ ਹੋਏ ਹੋਏ। ਦਰਸ਼ਨ ਕਾਂਖੀ ਸੰਗਤ ਜੇਤੀ। ਤੇ ਦਰਸ਼ਨਾਂ ਦੀ ਅਭਿਲਾਖੀ ਜਿੰਨੀ ਵੀ ਸੰਗਤ ਪਹੁੰਚੀ ਹੋਈ ਸੀ, ਲਏ ਉਪਾਏ ਨ ਪਹੁੰਚੀ ਤੇਤੀ। ਜਦੋਂ ਪਤਾ ਲੱਗਾ ਗੁਰਦੇਵ ਦੀਵਾਨ ਸਜਾ ਕੇ ਸਜ ਗਏ ਐ, ਤਾਂ ਸਾਰੀਆਂ ਸੰਗਤਾਂ ਜੋ ਦੂਰ ਦੁਰਾਡਿਆਂ ਤੋਂ ਚੱਲ ਕੇ ਆਨੰਦਪੁਰ ਸਾਹਿਬ ਨਗਰੀ ਪਹੁੰਚੀਆਂ ਹੋਈਆਂ ਸਨ, ਜਥਾ ਸ਼ਕਤ ਲਿਆਂਦੀਆਂ ਭੇਟਾਵਾਂ ਗੁਰੂ ਨੂੰ ਅਰਪਣ ਕਰਨ ਵਾਸਤੇ ਲੈ ਕੇ ਚੱਲ ਪਈਆਂ ਗੁਰਾਂ ਦੇ ਦੀਵਾਨ ਵੱਲ, ਦਰਬਾਰ ਵੱਲ ਨੂੰ। ਹੋਣ ਲੱਗੀ ਅਰਦਾਸ ਅਗਾਰੀ। ਮੇਵੜਾ ਸਿੱਖ ਖਲੋਤਾ ਹੈ, ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਗੁਰੂ ਅੱਗੋਂ ਕਰਦਾ ਹੈ। ਹੇਰ ਹੇਰ ਹਰਖਤ ਹੋਏ ਵਾਰੀ। ਤੇ ਵੇਖ ਵੇਖ ਕੇ ਹਰਖਤ ਹੋਏ, ਪ੍ਰਸੰਨ ਹੋ ਰਹੇ ਹਨ ਗੁਰਸਿੱਖ ਸੰਗਤਾਂ। ਗੁਰਾਂ ਦੇ ਦੀਦਾਰ ਕਰਕੇ, ਸਤਿਗੁਰਾਂ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਹਨ। ਸਿੰਘਾਸਨ ਥਿਤ ਢੁਰਤੋ ਚੌਰ। ਸਤਿਗੁਰੂ ਜੀ ਸਿੰਘਾਸਨ ਦੇ ਉੱਪਰ ਸਜੇ ਹੋਏ ਹਨ ਤੇ ਵਾਰੰਵਾਰ ਚਵਰਦਾਰ ਸਿੱਖ ਜਿਹੜਾ ਉਹ ਝੁਲਾ ਰਿਹਾ ਹੈ। ਬੈਠੇ ਕੁਲ ਸੋਢੀ ਸਿਰ ਮੌਰ। ਸੋਢੀ ਕੁਲ ਦੇ ਸਿਰਮੌਰ ਕਲਗੀਆਂ ਵਾਲੇ ਪਾਤਸ਼ਾਹ ਜੀ ਆਸਣ ਗੁਰਤਾ ਦੇ ਉੱਪਰ ਸਜੇ ਹੈ। ਦਾਸਨ ਕਰੈ ਭਾਵਨਾ ਪੂਰੀ। ਆਪਣੇ ਦਾਸਾਂ, ਆਪਣੇ ਸੇਵਕ, ਆਪਣੇ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਇੱਛਾਵਾਂ ਉਹਨਾਂ ਨੂੰ ਪੂਰਨ ਕਰ ਰਹੇ ਹੈ। ਸਭ ਤੇ ਭਈ ਸਭਾ ਸ਼ੋਭ ਪੂਰੀ। ਇਹ ਸਭਾ ਜਿਹੜੀ ਦੀਵਾਨ ਹੈ ਗੁਰਾਂ ਦਾ, ਇਹ ਦਰਬਾਰ ਹੈ, ਸੰਗਤ ਦੇ ਨਾਲ ਭਰ ਗਿਆ। ਬੇਅੰਤ ਸੰਗਤਾਂ ਪਹੁੰਚ ਗਈਆਂ। ਕਰੁਣਾ ਭਰੇ ਬਿਲੋਚਨ ਕੋ ਰਹਿ। ਤੇ ਸਤਿਗੁਰਾਂ ਦੇ ਵਿਲੋਚਨ ਨੇਤਰ ਤੇ ਨੇਤਰਾਂ ਦੀਆਂ ਜਿਹੜੀਆਂ ਕੋਰ ਕੋਨੀਆਂ ਹਨ, ਉਹ ਕਰੁਣਾ ਰਸ ਨਾਲ ਭਰੀਆਂ ਹੋਈਆਂ ਹਨ। ਗੁਰੂ ਜੀ ਦੇ ਨੇਤਰ ਕਰੁਣਾ ਰਸ ਨਾਲ ਭਰੇ ਹੈ। ਹੇ ਰਹਿ ਪ੍ਰੇ ਸਿੱਖਨ ਕੀ ਓਰ ਹੈ। ਤੇ ਆਪਣੇ ਪ੍ਰਿਯ ਸਿੱਖਾਂ ਦੀ ਤਰਫ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਗੁਰੂਦੇਵ ਤੱਕਦੇ ਹੈ। ਦੋਹਰਾ ਨੰਦ ਚੰਦ ਕਰ ਬੰਦ ਕਹਿ। ਭਾਈ ਨੰਦ ਚੰਦ ਜੀ ਨੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਹਿਣ ਲੱਗੇ, ਭੀਮ ਚੰਦ ਸੈਲਿੰਦ। ਸਤਿਗੁਰੂ ਜੀ ਪਹਾੜੀ ਰਾਜਾ ਭੀਮ ਚੰਦ ਜੋ ਹੈ, ਪਠਿਓ ਸੋ ਅਬਹਿ ਹਕਾਰੀਏ। ਜਿਹੜਾ ਉਹਨੇ ਵਕੀਲ ਭੇਜਿਆ ਹੋਇਆ, ਆਪ ਜੀ ਦੀ ਅਨੁਮਤੀ ਹੋਵੇ, ਆਗਿਆ ਹੋਵੇ ਤੇ ਉਸ ਨੂੰ ਸੱਦ ਲਿਆ ਜਾਵੇ।
ਦਰਸਹਿ ਪਦ ਅਰਬਿੰਦ। ਤਾਂ ਕਿ ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਦੇ ਆ ਕੇ ਦਰਸ਼ਨ ਕਰ ਲਵੇ। ਚਾਉ ਪਈ ਲੈ ਸ੍ਰੀ ਗੁਰ ਤੇ ਹੁਕਮ ਪਠਾਇਓ। ਇਸ ਤਰ੍ਹਾਂ ਭਾਈ ਆਨੰਦ ਚੰਦ ਜੀ ਨੇ ਸਤਿਗੁਰਾਂ ਕੋਲੋਂ ਹੁਕਮ ਤਥਾ ਆਗਿਆ ਲੈ ਕੇ ਤੇ ਵਕੀਲ ਨੂੰ ਸੱਦਣ ਵਾਸਤੇ ਇੱਕ ਸੇਵਕ ਭੇਜਿਆ। ਸੁਨ ਵਕੀਲ ਸੋ ਤਤ ਛਿਨ ਆਇਓ। ਵਕੀਲ ਨੂੰ ਸੁਨੇਹਾ ਮਿਲਿਆ ਕਿ ਗੁਰਾਂ ਦੇ ਆ ਕੇ ਦੀਦਾਰ ਕਰੋ, ਤੇ ਬੜੀ ਸ਼ੀਘਰਤਾ ਨਾਲ ਇਹ ਜਿਹੜਾ ਵਕੀਲ ਹੈ ਸਤਿਗੁਰਾਂ ਦੇ ਕੋਲ ਆਇਆ। ਸਭਾ ਮਝਾਰ ਪ੍ਰਵੇਸ਼ਿਓ ਆਈ। ਸਭਾ ਵਿੱਚ ਆ ਕੇ ਪ੍ਰਵੇਸ਼ ਹੋਇਆ ਦੀਵਾਨ ਵਿੱਚ। ਧਰ ਅਕੋਰ ਕੋ ਗਰੀਬ ਨਿਵਾਈ। ਜੋ ਭੇਟਾਵਾਂ ਲਿਆਇਆ ਸੀ ਸਤਿਗੁਰਾਂ ਦੇ ਮੁਬਾਰਕ ਚਰਨਾਂ ਕਮਲਾਂ ਦੇ ਅੱਗੋਂ ਭੇਟਾਵਾਂ ਰੱਖੀਆਂ, ਸੀਸ ਨਿਵਾਇਆ, ਨਮਸਕਾਰ ਕੀਤੀ। ਯਹਾਂ ਮੇਵਰੇ ਥਾਨ ਬਤਾਇਓ। ਅਤੇ ਮੇਵੜੇ ਸਿੱਖ ਅਰਦਾਸੀਏ ਸਿੱਖ ਨੇ ਜਿੱਥੇ ਥਾਂ ਦੱਸਿਆ ਕਿ ਭਾਈ ਤੁਸੀਂ ਇੱਥੇ ਸੱਜ ਜਾਓ, ਕਿਉਂ ਸੰਗਤਾਂ ਬੇਅੰਤ ਪੰਡਾਲ ਭਰਿਆ ਹੋਇਆ ਦੀਵਾਨ ਗੁਰਾਂ ਦਾ। ਤੇ ਮੇਵੜੇ ਸਿੱਖ ਦੇ ਇਸ਼ਾਰੇ ਨੂੰ ਪਾ ਕੇ ਭੀਮ ਚੰਦ ਦਾ ਵਕੀਲ ਸੰਗਤ ਵਿੱਚ ਬਹਿ ਗਿਆ। ਬੈਠਿਓ ਤਰਸਤ ਅੰਗ ਸੁਖ ਚਾਇਓ। ਬੈਠਾ ਹੈ ਪਰ ਤਰਸਤ ਡਰਿਆ ਹੋਇਆ ਹੈ, ਅੰਗ ਬੜੇ ਸੰਕੋਚ ਰਿਹਾ ਹੈ, ਭੈ ਹੈ ਨਾ। ਇੱਕ ਤੇ ਸਤਿਗੁਰੂ ਜੀ ਤਥਾ ਗੁਰੂ ਜੀ ਦੇ ਨਾਲ ਜਿੰਨੇ ਵੀ ਸੂਰਮੇ ਹੈ ਸ਼ਸਤਰਾਂ ਨਾਲ ਸੁਸੱਜਤ ਤੇ ਤਿਆਰ ਬਰ ਤਿਆਰ, ਐਸਾ ਜੋ ਜਲਾਲ ਹੈ ਗੁਰੂ ਜੀ ਦੇ ਤਥਾ ਗੁਰੂ ਜੀ ਦੇ ਨਾਲ ਦੇ ਸੰਗੀ ਸਿੱਖਾਂ ਦਾ ਕਿ ਵੇਖ ਕੇ ਭੈ ਭੀਤ ਹੋ ਰਿਹਾ। ਦੂਤੀਆ ਇਹ ਮਨ ਵਿੱਚ ਛਲ ਲੈ ਕੇ ਆਇਆ, ਮਨ ਵਿੱਚ ਪਾਪ ਲੈ ਕੇ ਆਇਆ, ਤੇ ਪਾਪੀ ਹਮੇਸ਼ਾ ਡਰਦਾ ਹੁੰਦਾ। ਪਾਪੀ ਅਪਰਾਧੀ ਤੇ ਮਨ ਵਿੱਚ ਛਲ ਰੱਖਣ ਵਾਲਾ ਜਿਹੜਾ ਹੈ ਉਹ ਹਮੇਸ਼ਾ ਹੀ ਭੈ ਭੀਤ ਹੁੰਦਾ, ਕਿਉਂਕਿ ਉਸ ਦਾ ਆਪਣਾ ਹੀ ਛਲ, ਆਪਣਾ ਹੀ ਕਮਾਇਆ ਪਾਪ ਉਸ ਨੂੰ ਨਿਰਭੈ ਨਹੀਂ ਹੋਣ ਦਿੰਦਾ। ਸੋ ਇਹ ਭੀਮ ਚੰਦ ਦਾ ਵਕੀਲ ਭੈ ਭੀਤ ਡਰਿਆ ਸਹਿਮਿਆ ਬੈਠਾ ਹੋਇਆ ਹੈ। ਦੀਹ ਪ੍ਰਤਾਪ ਦਿਖਤ ਪ੍ਰਭ ਕੇਰੋ। ਸਤਿਗੁਰਾਂ ਦਾ ਪ੍ਰਤਾਪ ਬੜਾ ਦੀ ਦਿਸ ਰਿਹਾ ਹੈ, ਭਾਵ ਵੱਡਾ ਪ੍ਰਤਾਪ ਗੁਰਾਂ ਦਾ ਦਿਸ ਰਿਹਾ ਹੈ। ਯਥਾ ਇੰਦਰਾਸਨ ਇੰਦਰ ਸੋਹੇਰੋ। ਜਿਵੇਂ ਮਾਨੋ ਇੰਦਰਾਸਨ, ਇੰਦਰ ਦੇ ਸਿੰਘਾਸਨ ਤੇ ਬੈਠਾ ਇੰਦਰ ਸ਼ੋਭਾ ਪਾਉਂਦਾ ਹੈ। ਦੇਵਗਣਾ ਸੰਯੁਗਤ, ਇਹੋ ਸਿੱਖਾਂ ਗਣਾ ਸੰਯੁਗਤ ਕਲਗੀਆਂ ਵਾਲੇ ਸਤਿਗੁਰੂ ਜੀ ਇੰਦਰਵਤ ਸਿੰਘਾਸਨ ਤੇ ਬੈਠੇ ਸ਼ੋਭਦੇ ਐ। ਹਾਥ ਬੰਦ ਕਰ ਅਰਜ਼ ਗੁਜ਼ਾਰੀ। ਡਰ ਰਿਹਾ ਹੈ ਤੇ ਹੱਥ ਜੋੜ ਕੇ ਅਰਜ਼ ਕਰਦਾ, ਬੇਨਤੀ ਕਰਦਾ। ਕਰੀ ਨਮੋ ਨ੍ਰਿਪ ਆਪ ਅਗਾਰੀ। ਇਹ ਸਤਿਗੁਰੂ ਜੀ ਰਾਜੇ ਨੇ ਭੀਮ ਚੰਦ ਨੇ ਆਪ ਜੀ ਨੂੰ ਨਮਸਕਾਰ ਕੀਤੀ ਹੈ। ਕਦਮ ਪਦਮ ਪਰ ਸਿਰ ਨਿਜ ਰਾਖਾ। ਆਪ ਜੀ ਦੇ ਮੁਬਾਰਕ ਚਰਨਾਂ ਕਮਲਾਂ ਦੇ ਉੱਪਰ ਭੀਮ ਚੰਦ ਸੀਸ ਰੱਖ ਕੇ ਨਮਸਕਾਰ ਕਰਦਾ। ਦਾਸਨ ਦਾਸ ਹੋਣ ਅਬਿਲਾਖਾ। ਆਪ ਜੀ ਦੇ ਦਾਸਾਂ ਦੇ ਦਾਸ ਹੋਣ ਦਾ ਅਬਿਲਾਖੀ ਹੈ, ਭਾਵ ਬੜਾ ਵਿਨਿਮਰ ਹੈ। ਆਪ ਜੀ ਦੇ ਸਿੱਖਾਂ ਦੀ ਵੀ ਦਾਸਤਵਤਾ ਭਾਵ ਧਾਰਨ ਕਰਕੇ ਆਪ ਜੀ ਦੇ ਸਿੱਖਾਂ ਦਾ ਵੀ ਸੇਵਕ ਬਣਨਾ ਚਾਹੁੰਦਾ ਹੈ। ਹੁਰਮਾਇਓ ਸ਼੍ਰੀ ਮੁਖ ਅਰਬਿੰਦੰ। ਸੁਣ ਕੇ ਸਤਿਗੁਰਾਂ ਆਪਣੇ ਕਵਲ ਸ਼ਰੀਖੇ ਮੁਖਾਰਬਿੰਦ ਵਿੱਚੋਂ ਫਰਮਾਇਆ। ਭੀਮ ਚੰਦ ਮਨੋ ਜਿੰਦਰ ਬਲਿੰਦੰ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਜਿਹੜਾ ਮਨ ਜਿੰਦਰ ਹੈ ਅਰਥਾਤ ਰਾਜਾ ਹੈ ਭੀਮ ਚੰਦ ਬਿਲੰਦ ਵੱਡਾ। ਕੁਸ਼ਲ ਸਮੇਤ ਕਹਾਂ ਆਬ ਥਿਰਿਓ। ਇਹ ਵਕੀਲ ਉਹ ਕੁਸ਼ਲ ਸੰਯੁਗਤ ਹੈ ਭੀਮ ਚੰਦ,
ਸੁਖ ਕਲਿਆਣ ਸੰਯੁਗਤ ਹੈ ਭੀਮ ਚੰਦ। ਤੇ ਹੁਣ ਕਿੱਥੇ ਥਿਰਿਆ ਹੈ, ਠਹਿਰਿਆ ਹੈ, ਰੁਕਿਆ ਹੈ। ਇਤ ਤੇ ਜਾਏ ਗਮਨ ਕੇਤ ਕਰਿਓ। ਜਦੋਂ ਇਧਰੋਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਤੋਂ ਗਿਆ ਭੀਮ ਚੰਦ, ਤੇ ਫਿਰ ਕਿੱਧਰ ਨੂੰ ਗਿਆ ਉਥੋਂ? ਕਹੋ ਕਾਰਨ ਤੂੰ ਨਿਜ ਆਗਵਨੋ। ਤੇ ਹੇ ਵਕੀਲ, ਤੂੰ ਆਪਣੇ ਆਉਣ ਦਾ ਕਾਰਨ ਦੱਸਣਾ ਕਰ। ਪਠਿਓ ਹੋਏ ਨ੍ਰਿਪ ਕਾਰਜ ਕਵਨੋ। ਉਮੀਦ ਹੈ ਕਿ ਭੀਮ ਚੰਦ ਨੇ ਹੀ ਕਿਸੇ ਕਾਰਜ ਹੇਤੂ ਤੈਨੂੰ ਭੇਜਿਆ ਹੋਇਆ ਹੋਵੇਗਾ। ਸੁਨਤ ਦੂਤ ਨੇ ਕੁਸ਼ਲ ਜਨਾਈ। ਧੰਨ ਹਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਹਨ ਪਰਉਪਕਾਰੀ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰੂ ਜੀ। ਤੇ ਸਤਿਗੁਰੂ ਜੀ ਕਿਰਪਾ ਰਸ ਵਿੱਚ ਆਏ। ਵੇਖੋ, ਅੰਤਰਜਾਮਤਾ ਨਾਲ ਬੋਧ ਹੈ ਭੀਮ ਚੰਦ ਦੇ ਛਲ ਦਾ। ਅੰਤਰਜਾਮਤਾ ਨਾਲ ਜਾਣਦੇ ਹੈ ਕਿ ਭੀਮ ਚੰਦ ਕੀ ਸੋਚਦਾ ਹੈ, ਕੀ ਹਰਕਤ ਕਰਦਾ ਹੈ, ਕੈਸੇ ਛੜਯੰਤਰ ਮਨ ਵਿੱਚ ਬਣਾਈ ਫਿਰਦਾ ਹੈ। ਪਰ ਫਿਰ ਵੀ ਕੈਸੀ ਦਿਆਲਤਾ ਹੈ ਕਿ ਵਕੀਲ ਨੂੰ ਸਰਬ ਪ੍ਰਥਮ ਉਸ ਦੀ ਸੁਖ ਕਲਿਆਣ ਪੁੱਛਦੇ ਹੈ ਕਿ ਸੁਖ ਕਲਿਆਣ ਸੰਯੁਗਤ ਹੈ ਭੀਮ ਚੰਦ। ਕਿੱਥੇ ਟਿਕਿਆ ਹੋਇਆ, ਇਧਰੋਂ ਗਿਆ ਤੇ ਕਿੱਥੇ ਰੁਕਿਆ ਹੈ? ਹੁਣ ਭਾਈ ਤੂੰ ਆਪਣੇ ਆਉਣ ਦਾ ਕਾਰਨ ਦੱਸਣਾ ਕਰ। ਇਸ ਤਰ੍ਹਾਂ ਗੁਰਾਂ ਨੇ ਪੁੱਛਿਆ। ਜਬ ਕੋ ਦਰਸ ਕੀਨ ਗਿਰ ਰਾਈ। ਤੇ ਸੁਣ ਕੇ ਦੂਤ ਨੇ ਭੀਮ ਚੰਦ ਦੀ ਕੁਸ਼ਲ ਸੁਖ ਕਲਿਆਣ ਗੁਰਾਂ ਨੂੰ ਸੁਣਾਈ ਤੇ ਕਿਹਾ, ਗੁਰੂਦੇਵ, ਜਦੋਂ ਦਾ ਗਿਰਰਾਈ ਪਹਾੜੀ ਰਾਜਾ ਭੀਮ ਚੰਦ ਆਪ ਜੀ ਦੇ ਕੋਲੋਂ ਅਨੰਦਪੁਰ ਸਾਹਿਬ ਨਗਰੀ ਤੋਂ ਗਿਆ ਹੈ, ਤਬ ਕੇ ਗੁਣ ਗਨ ਰਾਵਰ ਕੇਰੇ। ਉਦੋਂ ਦੇ ਆਪ ਜੀ ਦੇ ਸਮੂਹ ਗੁਣ ਗਾਉਂਦਾ ਰਹਿੰਦਾ ਹੈ। ਵਰਣਤ ਹੈ ਸਭ ਨਿਕਟ ਬਡੇਰੇ। ਸਾਰਿਆਂ ਦੇ ਕੋਲ, ਜਿੰਨੇ ਵੀ ਉਹਦੇ ਸਭਾ ਸਦ ਮੰਤਰੀ ਗਣ ਹੈ, ਸਾਰਿਆਂ ਦੇ ਕੋਲ ਆਪ ਜੀ ਦੀ ਉਪਮਾ, ਆਪ ਜੀ ਦੇ ਗੁਣ ਹੀ ਉਹ ਕਥਨ ਕਰਦਾ ਰਹਿੰਦਾ ਹੈ। ਦੀਹ ਸੁਸ਼ੀਲ ਗਹੀਲ ਰਸੀਲੇ। ਇਸ ਤਰ੍ਹਾਂ ਕਹਿੰਦਾ ਹੈ ਭੀਮ ਚੰਦ ਕਿ ਸਤਿਗੁਰੂ ਜੀ ਬਹੁਤ ਸ਼ੀਤਲ ਸੁਭਾਅ ਵਾਲੇ, ਬੜਾ ਹੀ ਠੰਡਾ ਸ਼ੀਤਲ ਸੁਭਾਅ ਹੈ ਕਲਗੀਆਂ ਵਾਲੇ ਸਤਿਗੁਰਾਂ ਦਾ। ਅਤੇ ਗਹੀਲ ਰਸੀਲੇ, ਬੜੇ ਗਹੀਲ ਡੂੰਘੇ ਅਤੇ ਵਿਸ਼ਾਲ ਰਸੀਲੇ ਰਸ ਵਾਲੇ, ਭਾਵ ਬੜਾ ਪ੍ਰੇਮ ਕਰਨ ਵਾਲੇ ਹੈ। ਢੀਲ ਸ਼ਬੀਲਾ ਹਰਤਾ ਹੀਲੇ। ਫਿਰ ਉਹਨਾਂ ਦਾ ਸਰੀਰ ਜਿਹੜਾ ਹੈ ਬੜਾ ਸ਼ੋਭਾ ਦਾ ਘਰ ਤੇ ਸਡੌਲ ਹੈ, ਰਿਸ਼ਟ ਪੁਸ਼ਟ ਤੇ ਬੜਾ ਸੁੰਦਰ ਸਰੀਰ ਹੈ ਉਹਨਾਂ ਦਾ, ਸ਼ੋਭਾ ਦਾ ਘਰ। ਤੇ ਜਿਹੜਾ ਵੀ ਉਹਨਾਂ ਨੂੰ ਵੇਂਦਾ ਹੈ ਹਰਤਾ ਹੀਲੇ, ਹਿਰਦੇ ਨੂੰ ਹੀ ਹਾਰ ਲੈਂਦੇ ਆ। ਜਿਹੜਾ ਵੀ ਗੁਰਾਂ ਦੇ ਦਰਸ਼ਨ ਕਰਦਾ ਉਹਦਾ ਹਿਰਦਾ ਹੀ ਖਿੱਚ ਲੈਂਦੇ ਐ। ਭਾਗ ਵਿਸ਼ੇਸ਼ ਦੇਸ਼ ਕੇ ਭਏ। ਇਹ ਤਾਂ ਮੇਰੇ ਦੇਸ਼ ਦੇ ਭਾਗ ਬੜੇ ਵੱਡੇ ਜਾਗ ਪਏ ਐ। ਇਹ ਜਿਹੜਾ ਮੇਰਾ ਇਲਾਕਾ ਹੈ ਕਹਿਲੂਰ ਦਾ, ਇਹਦੇ ਬੜੇ ਵੱਡੇ ਭਾਗ ਜਾਗ ਗਏ ਐ। ਕਦਮ ਪਦਮ ਗੁਰ ਕੇ ਜਬ ਆਏ। ਇਹ ਸਤਿਗੁਰਾਂ ਦੇ ਜਦੋਂ ਦੇ ਪਾਵਨ ਜਿਹੜੇ ਚਰਨ ਕਵਲ ਹੈ ਉਹ ਮੇਰੇ ਦੇਸ਼ ਕਹਿਲੂਰ ਦੀ ਦੂਣ ਵਿੱਚ ਆ ਕੇ ਪਏ। ਮੇਰਾ ਤੇ ਸਾਰਾ ਦੇਸ਼ ਧਨਤਾ ਜੋਗ ਹੋ ਗਿਆ, ਧਨ ਧਨ ਹੋ ਗਿਆ। ਸਭ ਲੋਕਨ ਕੋ ਹੋਤ ਭਲੇਰਾ। ਤੇ ਸਾਰੇ ਹੀ ਲੋਕਾਂ ਦਾ ਭਲਾ ਹੋ ਰਿਹਾ ਹੈ ਤੇ ਸਤਿਗੁਰੂ ਜੀ ਕਰ ਰਹੇ ਹੈ। ਕੋਇ ਸੁਨ ਸ਼ਬਦ ਦਰਸ ਕੋਇ ਹੀਰਾ। ਕੋਈ ਗੁਰਾਂ ਦੇ ਮੁਬਾਰਕ ਦਰਸ਼ਨ ਕਰਕੇ ਕਲਿਆਣ ਨੂੰ ਪ੍ਰਾਪਤ ਕਰ ਰਿਹਾ ਹੈ ਤੇ ਕੋਈ ਗੁਰਾਂ ਦੇ ਪਾਵਨ ਸ਼ਬਦ ਉਪਦੇਸ਼ ਨੂੰ ਸੁਣ ਕੇ ਕਮਾ ਕੇ ਭਵ ਸਾਗਰ ਤੋਂ ਉਧਰ ਰਿਹਾ ਹੈ। ਸਤਿਗੁਰੂ ਜੀ ਤੇ ਮੇਰੇ ਦੇਸ਼ ਦੀ ਹੀ ਕਲਿਆਣ ਕਰ ਰਿਹਾ ਹੈ। ਪਾਪ ਕਲਾਪ ਆਪ ਛਪ ਜੈ ਹੈ।
ਸਤਿਗੁਰਾਂ ਦੇ ਮੇਰੇ ਦੇਸ਼ ਵਿੱਚ ਆਗਮਨ ਕਾਰਨ ਸਮੂਹ ਪਾਪ ਜਿਹੜੇ ਐ ਉਹ ਆਪੇ ਹੀ ਛੁਪ ਜਾਣਗੇ, ਨਾਸ ਹੋ ਜਾਣਗੇ। ਯਹ ਕੇਹਰ ਤਹ ਨਹਿ ਗਾਜ ਭੈ ਹੈ। ਜਿੱਥੇ ਬੱਬਰ ਸ਼ੇਰ ਹੋਵੇ ਉੱਥੇ अन्य ਜੰਗਲ ਦੇ ਹਿੰਸਕ ਪਸ਼ੂ ਹਾਥੀ ਆਦਿ ਦਾ ਵੀ ਭੈ ਡਰ ਨਹੀਂ ਹੁੰਦਾ। ਜੋ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਗੁਰੂ ਬੱਬਰ ਸ਼ੇਰ ਦੀ ਨਿਆਈ ਹਨ ਤੇ ਪਾਪਾਂ ਰੂਪੀ ਜਿਹੜੇ ਜੰਗਲੀ ਹਿੰਸਕ ਪਸ਼ੂ ਤਥਾ ਜੀਵ ਹਨਗੇ, ਉਹ ਇਹਨਾਂ ਦਾ ਭੈ ਨਹੀਂ ਕਰਦੇ ਜੋ ਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਐ। ਸਭ ਹਿਨ ਦੁਰਲਭ ਦਰਸ਼ਨ ਜੋਇਓ। ਸਾਰਿਆਂ ਨੇ ਗੁਰਾਂ ਦੇ ਦੁਰਲਭ ਦਰਸ਼ਨ ਵੇਖੇ ਐ। ਭੂਤਲ ਇਤ ਕੋ ਪਾਵਨ ਹੋਇਓ। ਇਧਰ ਦੀ ਭੂਮੀ ਜਿਹੜੀ ਹੈ ਇਹ ਸਾਰੀ ਪਵਿੱਤਰ ਹੋ ਗਈ ਗੁਰਾਂ ਦੇ ਚਰਨ ਪੈਣੇ ਕਰਕੇ। ਇਤਿਆਦਿਕ ਮਹਿਮਾ ਗੁਣ ਬ੍ਰਿੰਦੰ। ਇਤਿਆਦ ਆਪ ਜੀ ਦੀ ਮਹਿਮਾ, ਆਪ ਜੀ ਦੇ ਸਮੂਹ ਗੁਣ, ਆਪ ਜੀ ਦੀ ਸਲੌਤਾ ਸੁਨਤ ਰਹੇ ਸਭ ਕਹੇ ਨਰਿੰਦੰ। ਤੇ ਸੁਨਤ ਅਸੀਂ ਸੁਣਦੇ ਰਹੇ ਹਾਂ। ਰਾਜਾ ਕਹਿੰਦਾ ਰਹਿੰਦਾ ਰੋਜ਼ ਹੀ ਆਪ ਜੀ ਦੀ ਉਪਮਾ ਦੇ ਬਚਨ ਵਿਲਾਸ ਗੁਰਦੇਵ ਚੱਲਦੇ ਰਹਿੰਦੇ ਆ ਤੇ ਅਸੀਂ ਸੁਣਦੇ ਰਹਿੰਦੇ ਹਾਂ ਭੀਮ ਚੰਦ ਦੇ ਮੁਖੋਂ। ਇਉਂ ਬਹੁਤ ਚਤੁਰਾਈ ਨਾਲ ਆਇਆ ਵਕੀਲ ਗੁਰਾਂ ਨੂੰ ਭੀਮ ਚੰਦ ਤੋਂ ਪ੍ਰਭਾਵਿਤ ਕਰਨਾ ਚਾਹੁੰਦਾ ਕਿ ਭੀਮ ਚੰਦ ਦੀ ਐਸੀ ਵਿਨਿਮਰਤਾ ਨਿਰਮਾਣਤਾ ਮੈਂ ਗੁਰੂ ਅੱਗੋਂ ਪੇਸ਼ ਕਰਾਂ। ਭੀਮ ਚੰਦ ਦੀ ਗੁਰੂ ਪ੍ਰਤੀ ਸ਼ਰਧਾ ਇੰਨੀ ਮਹਾਨ ਮੈਂ ਗੁਰਾਂ ਅੱਗੋਂ ਪੇਸ਼ ਕਰਾਂ ਕਿ ਗੁਰੂ ਭੀਮ ਚੰਦ ਤੋਂ ਹੀ ਖੁਸ਼ ਹੋ ਜਾਣ। ਏਤ ਤੇ ਜਾਏ ਨਾ ਕਿਤ ਹੂੰ ਗਇਓ। ਕਹਿਣ ਲੱਗਾ ਗੁਰੂ ਜੀ ਇੱਧਰੋਂ ਜਦੋਂ ਗਿਆ ਨਾ ਅਨੰਦਪੁਰ ਸਾਹਿਬ ਨਗਰੀ ਤੋਂ ਤੇ ਫਿਰ ਤੇ ਕਿਤੇ ਗਿਆ ਹੀ ਨਹੀਂ ਭੀਮ ਚੰਦ, ਉੱਥੇ ਹੀ ਹੈ। ਰਹਿਓ ਸਦਨ ਮਾਮਾ ਆਨੰਦ ਭਇਓ। ਤੇ ਉਹ ਸਦਨ ਆਪਣੇ ਘਰ ਵਿੱਚ ਹੀ ਟਿਕਿਆ ਹੋਇਆ ਤੇ ਬੜਾ ਆਨੰਦਿਤ ਹੈ। ਤੇ ਮੇਰਾ ਜਿਹੜਾ ਆਗਮਨ ਹੈ ਉਹ ਆਪ ਜੀ ਦੇ ਕੋਲ ਭੀਮ ਚੰਦ ਦਾ ਭੇਜਿਆ ਹੋਇਆ ਹੀ ਮੈਂ ਆਇਆ ਹਾਂ। ਤੇ ਉਹ ਘਰ ਵਿੱਚ ਹੀ ਹੈ ਬਿਲਾਸਪੁਰ, ਬੜੇ ਆਨੰਦ ਨਾਲ ਰਹਿ ਰਿਹਾ ਹੈ। ਆਪ ਜੀ ਦੇ ਗੁਣ ਗਾਉਂਦਾ ਰਹਿੰਦਾ ਹੈ। ਸਭਾ ਵਿੱਚ ਵੀ ਮਹਿਲਾਂ ਵਿੱਚੋਂ ਵੀ ਇਹੋ ਹੀ ਸੂਚਨਾ ਮਿਲਦੀ ਹੈ ਤੁਹਾਡੇ ਹੀ ਗੁਣ ਗਾਉਂਦਾ ਰਹਿੰਦਾ। ਤੁਹਾਡਾ ਤੇ ਬੜਾ ਵੱਡਾ ਭਗਤ ਹੋ ਗਿਆ, ਉਹ ਬੜਾ ਅਨੰਨਿਆ ਸੇਵਕ ਹੋ ਗਿਆ ਉਹ ਤੁਹਾਡਾ। ਇਉਂ ਵਕੀਲ ਸਤਿਗੁਰਾਂ ਨੂੰ ਭੀਮ ਚੰਦ ਦੀ ਨਿਰਮਾਣਤਾ ਜਣਾ ਰਿਹਾ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਦਾਸਾਂ ਦੇ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪਰਲੋਕ ਸਹੇਲੇ ਕਰਨ। ਏਤ ਤੇ ਜਾਏ ਨਾ ਕਿਤ ਹੂੰ ਗਇਓ। ਰਹਿਓ ਸਦਨ ਮਮ ਆਨੰਦ ਭਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।